ਧੰਨ ਵਾਹਿਗੁਰੂ ਸਾਹਿਬ ਜੀਓ। ਧੰਨ ਵਾਹਿਗੁਰੂ ਸਾਹਿਬ ਜੀਓ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਜਿਗਵਾ ਏਕ ਕਵਣ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ। ਬੇਸ਼ੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ। ਸ਼ਬਰ ਸ਼ਤਰ ਤਖਤ ਦੇ ਮਾਲਕ ਗੁਰੂ ਗਰੀਬ ਨਵਾਜ਼ ਮਨੁੱਖਤਾ ਦੇ ਰਹਿਬਰ ਦੀਨ ਦੁਨੀ ਦੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੇ ਗੁਰੂ ਸਵਾਰੀ ਗੁਰੂ ਸਾਜੀ ਸਤ ਸੰਗਤ ਜੀਓ। ਆਪ ਜੀ ਵਡਭਾਗੇ ਹੋ ਸੰਧਿਆ ਵੇਲੇ ਦੇ ਪਾਵਨ ਦੀਵਾਨਾਂ ਅੰਦਰ ਹਾਜ਼ਰੀਆਂ ਲਵਾ ਰਹੇ ਹੋ। ਦਾਸ ਤੋਂ ਪਹਿਲਾਂ ਆਪ ਜੀ ਨੇ ਬੜੇ ਪਿਆਰ ਨਾਲ ਰੱਬੀ ਬਾਣੀ ਦਾ ਪਾਠ ਸਤਿਕਾਰਯੋਗ ਭਾਈ ਸਾਹਿਬ ਪਾਸੋਂ ਸ਼ਰਵਣ ਕੀਤਾ ਹੈ। ਆਓ ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਆਪਣੇ ਮਨ ਦੀਆਂ ਬਰਤੀਆਂ ਨੂੰ ਇਕਾਗਰ ਕਰਕੇ ਗੁਰਦੇਵ ਪਿਤਾ ਦੇ ਪਵਿੱਤਰ ਚਰਨਾਂ ਨਾਲ ਜੁੜਨਾ ਕਰੀਏ। ਵਿਚਾਰਾਂ ਪ੍ਰਾਰੰਭ ਕਰਨ ਤੋਂ ਪਹਿਲਾਂ ਆਪ ਸਰਬੱਤ ਸੰਗਤ ਆਸੀਸ ਬਖਸ਼ੋ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸੰਸਾਰ ਦੇ ਅੰਦਰ ਅਗਰ ਬਾਹਰ ਚਾਨਣ ਨਾ ਹੋਵੇ ਤਾਂ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਮਨੁੱਖ ਦੇ ਜੀਵਨ ਵਿੱਚ ਚਾਨਣ ਨਾ ਹੋਵੇ ਤਾਂ ਅਗਿਆਨਤਾ ਦਾ ਹਨੇਰਾ ਹੁੰਦਾ ਹੈ। ਬਾਹਰ ਚਾਨਣ ਨਾ ਹੋਵੇ ਤਾਂ ਇਹਨਾਂ ਅੱਖਾਂ ਨਾਲ ਆਪਾਂ ਕੁਝ ਨਹੀਂ ਵੇਖ ਸਕਦੇ, ਤੇ ਜੇ ਮਨੁੱਖ ਦੇ ਅੰਦਰ ਚਾਨਣ ਨਾ ਹੋਵੇ ਤਾਂ ਮਨੁੱਖ ਦੀ ਸੁਰਤ ਕੁਝ ਨਹੀਂ ਵੇਖ ਸਕਦੀ। ਤਾਂ ਵੇਖਣ ਵਾਸਤੇ ਚਾਨਣ ਦੀ ਲੋੜ ਹੈ, ਵੇਖਣ ਵਾਸਤੇ ਪ੍ਰਕਾਸ਼ ਦੀ ਲੋੜ ਹੈ, ਔਰ ਨਿਰਾ ਪ੍ਰਕਾਸ਼ ਹੀ ਨਹੀਂ ਅੱਖਾਂ ਦੀ ਵੀ ਲੋੜ ਹੈ। ਅੱਖਾਂ ਵੀ ਹੋਣ, ਪ੍ਰਕਾਸ਼ ਵੀ ਹੋਵੇ, ਪਰ ਜੇ ਕੋਈ ਕਾਰਜ ਨਾ ਕੀਤਾ ਜਾਵੇ, ਕੋਈ ਕੰਮ ਨਾ ਹੋਵੇ ਤਾਂ ਫਿਰ ਪ੍ਰਕਾਸ਼ ਦਾ ਕੋਈ ਫਾਇਦਾ ਨਹੀਂ ਤੇ ਅੱਖਾਂ ਦਾ ਵੀ ਕੋਈ ਲਾਭ ਨਹੀਂ। ਅੱਖਾਂ ਦਾ ਹੋਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਆਪਾਂ ਬਾਹਰ ਕਿਸੇ ਵਸਤੂ ਨੂੰ ਵੇਖਣਾ ਹੈ, ਪਦਾਰਥ ਨੂੰ ਵੇਖਣਾ ਹੈ, ਕਿਸੇ ਚੀਜ਼ ਨੂੰ ਵੇਖਣਾ ਹੈ ਤਾਂ ਅੱਖਾਂ ਦੀ ਲੋੜ ਹੈ। ਅੱਖਾਂ ਹੋਣ ਦੇ ਬਾਵਜੂਦ ਵੀ ਜੇ ਹਨੇਰਾ ਹੈ ਤੇ ਆਪਾਂ ਉਹ ਵਸਤ ਨਹੀਂ ਵੇਖ ਸਕਦੇ, ਇਸ ਕਰਕੇ ਪ੍ਰਕਾਸ਼ ਦੀ ਚਾਨਣ ਦੀ ਲੋੜ ਹੈ। ਅੱਖਾਂ ਵੀ ਜ਼ਰੂਰੀ ਨੇ, ਚਾਨਣ ਵੀ ਜ਼ਰੂਰੀ ਹੈ, ਤੇ ਉਸ ਚਾਨਣ ਤੋਂ ਕੰਮ ਲੈਣਾ ਵੀ ਜ਼ਰੂਰੀ ਹੈ। ਆਪਾਂ ਵੇਖਦੇ ਹਾਂ ਜਦੋਂ ਸੌਂ ਜਾਂਦੇ ਹਾਂ ਉਦੋਂ ਸਾਨੂੰ
ਨਾ ਪ੍ਰਕਾਸ਼ ਦੀ ਲੋੜ ਹੁੰਦੀ ਹੈ, ਇਸ ਕਰਕੇ ਆਪਾਂ ਲਾਈਟ ਆਫ ਕਰ ਦਿੰਦੇ ਹਾਂ, ਬੰਦ ਕਰ ਦਿੰਦੇ ਹਾਂ, ਕਿਉਂਕਿ ਆਪਾਂ ਉਦੋਂ ਕੋਈ ਕੰਮ ਨਹੀਂ ਲੈਣਾ। ਜਦੋਂ ਆਪਾਂ ਕੋਈ ਕੰਮ ਲੈਣਾ ਹੋਵੇ ਉਦੋਂ ਹੀ ਆਪਾਂ ਇਹਨਾਂ ਅੱਖਾਂ ਦੀ ਵਰਤੋਂ ਕਰਕੇ ਤੇ ਪ੍ਰਕਾਸ਼ ਦੀ ਵਰਤੋਂ ਕਰਕੇ ਆਪਾਂ ਕੰਮ ਕਰਦੇ ਹਾਂ। ਇਹ ਤਾਂ ਬਾਹਰ ਦੀ ਗੱਲ ਹੈ। ਜਦੋਂ ਆਪਾਂ ਅੰਦਰ ਦੀ ਗੱਲ ਕਰਦੇ ਹਾਂ ਤੇ ਸਾਨੂੰ ਅੰਦਰ ਵੀ ਚਾਨਣ ਚਾਹੀਦਾ ਹੈ ਤਾਂ ਕਿ ਸਾਡੀ ਸੁਰਤ ਵੇਖ ਸਕੇ, ਉਸ ਪਰਮ ਪਿਤਾ ਪਰਮਾਤਮਾ ਤੱਕ ਪਹੁੰਚ ਸਕੇ, ਸਾਡੀ ਬੁੱਧੀ ਜਿਹੜੀ ਹੈ ਉਹ ਪ੍ਰਕਾਸ਼ਮਾਨ ਹੋ ਸਕੇ, ਸਾਡਾ ਮਨ ਜਿਹੜਾ ਹੈ ਰੋਸ਼ਨ ਹੋ ਸਕੇ, ਤੇ ਆਪਾਂ ਜਿਹੜਾ ਪਰਮਾਤਮਾ ਅੰਦਰ ਜਿਹਦੀ ਜੋਤ ਸਾਡੇ ਅੰਦਰ ਟਿਕੀ ਹੈ, ਜਿਹਨੂੰ ਗੁਰਦੇਵ ਨੇ ਆਖਿਆ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਆਪਾਂ ਉਸ ਜੋਤ ਤੱਕ ਪਹੁੰਚ ਸਕੀਏ ਤਾਂ ਸਾਡੇ ਜੀਵਨ ਦੇ ਵਿੱਚ ਚਾਨਣ ਹੋਣ ਦੀ ਬਹੁਤ ਲੋੜ ਹੈ। ਅੱਜ ਸਾਡੇ ਸਮਾਜ ਨੇ ਬਹੁਤ ਹੀ ਤਰੱਕੀ ਕਰ ਲਈ ਹੈ। ਅੱਜ ਦੁਨੀਆ ਨੇ ਬਹੁਤ ਤਰੱਕੀ ਕਰਕੇ ਤੇ ਵੇਖਣ ਵਿੱਚ ਆਉਂਦਾ ਹੈ ਕਿ ਰਾਤ ਨੂੰ ਵੀ ਦਿਨ ਬਣਾ ਲਿਆ ਹੈ। ਇੰਨੀ ਆਪਾਂ ਅੱਜ ਦੀ ਵਿਗਿਆਨਕ ਸੋਚ ਅੱਗੇ ਵੱਧ ਚੁੱਕੀ ਹੈ ਕਿ ਆਪਾਂ ਹਨੇਰੇ ਨੂੰ ਕੁਝ ਪਲਾਂ ਦੇ ਵਿੱਚ ਖਤਮ ਕਰ ਲੈਂਦੇ ਹਾਂ। ਏਡੀਆਂ ਵੱਡੀਆਂ ਵੱਡੀਆਂ ਲਾਈਟਾਂ ਆਪਾਂ ਪ੍ਰਬੰਧ ਕਰ ਲਿਆ ਹੈ ਕਿ ਉਸ ਲਾਈਟ ਦੇ ਨਾਲ ਬਾਹਰ ਦੇ ਹਨੇਰੇ ਨੂੰ ਆਪਾਂ ਇੱਕ ਛਿਨ ਵਿੱਚ ਦੂਰ ਕਰ ਦਿੰਦੇ ਹਾਂ। ਬਲਕਿ ਗੁਰਦੇਵ ਤਾਂ ਇੱਥੋਂ ਤੱਕ ਆਖਦੇ ਨੇ ਕਿ ਮਨੁੱਖ ਦੇ ਜੀਵਨ ਵਿੱਚ ਜਦੋਂ ਝਾਤੀ ਮਾਰਦੇ ਹਾਂ ਬਾਹਰ ਚਾਨਣ ਹੀ ਚਾਨਣ ਨਜ਼ਰ ਆਉਂਦਾ ਹੈ। ਹੁਣ ਸਭ ਤੋਂ ਚੰਗਾ ਚਾਨਣ ਕਿਹੜਾ ਹੈ? ਬਾਹਰ ਤੇ ਆਪਾਂ ਇੰਨਾ ਚਾਨਣ ਕਰ ਲਿਆ, ਇੰਨੀ ਤਰੱਕੀ ਕਰ ਲਈ, ਪਰ ਜਦੋਂ ਆਪਾਂ ਅੰਦਰ ਦੀ ਗੱਲ ਕਰਦੇ ਹਾਂ ਤੇ ਮਨੁੱਖ ਇੰਨੀ ਤਰੱਕੀ ਅੰਦਰ ਦੇ ਜੀਵਨ ਦੀ ਨਹੀਂ ਕਰ ਸਕਿਆ। ਇਹਦੇ ਜੀਵਨ ਵਿੱਚ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਹੈ। ਬਾਬਾ ਫਰੀਦ ਜੀ ਨੇ ਬੜੇ ਪਿਆਰੇ ਬਚਨ ਆਖੇ ਦੇ, ਉਹ ਆਖਦੇ ਨੇ ਫਰੀਦਾ ਕੰਨ ਮਸੱਲਾ ਸੂਫ ਗਲ ਦਿਲ ਕਾਤੀ ਗੁੜਬਾਤ। ਹੇ ਫਰੀਦ, ਤੂੰ ਆਪਣੇ ਗਲ ਦੇ ਵਿੱਚ ਕਫਨੀ ਪਾਈ ਹੋਈ ਹੈ ਤੇ ਤੂੰ ਮੋਢੇ ਤੇ ਰੱਖਿਆ ਹੋਇਆ ਮੁਸੱਲਾ, ਥੱਲੇ ਵਿਛਾ ਕੇ ਨਮਾਜ਼ ਪੜ੍ਹਦੇ ਨੇ ਮੁਸਲਮਾਨ ਵੀਰ, ਤੇ ਗਲ ਦੇ ਵਿੱਚ ਕਫਨੀ ਮਫਲਰ ਕਹਿ ਲਓ, ਗਲ ਦੇ ਵਿੱਚ ਪਾ ਕੇ ਰੱਖਦੇ ਨੇ। ਕਹਿ ਲਗੇ ਗਲ ਵਿੱਚ ਕਫਨੀ ਹੈ, ਮੋਢੇ ਤੇ ਮੁਸੱਲਾ ਰੱਖਿਆ ਹੋਇਆ ਹੈ, ਦਿਲ ਕਾਤੀ ਗੁੜਬਾਤ। ਤੇ ਇਹ ਫਰੀਦ ਤੇਰੀ ਜ਼ੁਬਾਨ ਬੜੀ ਮਿੱਠੀ ਚੱਲਦੀ ਹੈ, ਬੜੇ ਮਿੱਠੇ ਬੋਲ ਤੂੰ ਬੋਲਦਾ ਹੈ, ਪਰ ਤੇਰਾ ਅੰਦਰੋਂ ਦਿਲ ਕੈਂਚੀ ਵਾਂਗੂ ਹੈ, ਅੰਦਰ ਤੇਰੇ ਖੋਟ ਹੈ। ਬਾਹਰ ਤੇਰਾ ਸਾਰਾ ਜਿੰਨਾ ਵੀ ਭੇਖ ਬਣਾਇਆ ਇਹ ਦਿਖਾਵਾ ਹੈ, ਲੋਕਾਂ ਨੂੰ ਭਰਮਾਉਣ ਵਾਸਤੇ, ਦਿਖਾਉਣ ਵਾਸਤੇ। ਦਿਲ ਕਾਤੀ, ਦਿਲ ਅੰਦਰੋਂ ਕੈਂਚੀ ਹੈ, ਕੱਟਦੀ ਹੈ। ਅੰਦਰ ਠੱਗੀਆਂ, ਚੋਰੀਆਂ, ਬੇਈਮਾਨੀਆਂ, ਅੰਦਰ ਈਰਖਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਸ਼ੇ ਵਿਕਾਰ, ਇਹ ਤਾਂ ਸਭ ਕੁਝ ਅੰਦਰ ਹੈ। ਬਾਹਰੋਂ ਜ਼ੁਬਾਨ ਮਿੱਠੀ ਹੈ, ਪਹਿਰਾਵਾ ਬਹੁਤ ਚੰਗਾ ਹੈ। ਫਰੀਦ ਸਾਹਿਬ ਤਾਂ ਇੱਥੋਂ ਤੱਕ ਵੀ ਆਖਦੇ ਨੇ ਕਿ ਮੇਰੇ ਪਹਿਰਾਵੇ ਨੂੰ ਵੇਖ ਕੇ ਕਈ ਵਾਰੀ ਲੋਕ ਭੁਲੇਖਾ ਖਾ ਜਾਂਦੇ ਨੇ, ਕਿਉਂ ਮੈਂ ਦਰਵੇਸ਼ਾਂ ਵਾਲੇ ਕੱਪੜੇ ਪਾਏ ਹੋਏ ਨੇ ਤੇ ਲੋਕ ਮੈਨੂੰ ਦਰਵੇਸ਼ ਆਖਦੇ ਨੇ, ਪਰ ਮੇਰੇ ਅੰਦਰ ਦਰਵੇਸ਼ਾਂ ਵਾਲੀ ਕੋਈ ਗੱਲ ਨਹੀਂ। ਹੁਣ ਇਹਦਾ ਮਤਲਬ ਇਹ ਨਹੀਂ ਵੀ ਬਾਬਾ ਫਰੀਦ ਜੀ ਦੇ ਅੰਦਰ ਔਗਣ ਨੇ, ਇਹਦਾ ਮਤਲਬ ਇਹ ਨਹੀਂ ਵੀ ਬਾਬਾ ਫਰੀਦ ਜੀ ਦੇ ਅੰਦਰ ਬੁਰਾਈਆਂ ਨੇ, ਉਹਨਾਂ ਅੰਦਰ ਚੰਗਿਆਈ ਨਹੀਂ। ਅਸਲ ਦੇ ਵਿੱਚ ਜਿਹੜਾ ਰੱਬ ਨਾਲ ਜੁੜਿਆ ਹੁੰਦਾ ਹੈ ਨਾ, ਉਹਦੀ ਇੱਕ ਖਾਸੀਅਤ ਹੁੰਦੀ ਹੈ, ਉਹ ਹਮੇਸ਼ਾ ਆਪਣੇ ਅੰਦਰ ਕਮੀ ਦੱਸ ਕੇ ਦੂਜੇ ਨੂੰ ਸਮਝਾਉਣਾ ਚਾਹੁੰਦਾ ਹੈ। ਪਰ ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਅੰਦਰ ਕਮੀ ਹੈ ਕੋਈ, ਨਹੀਂ। ਉਹ ਆਪਣੇ ਆਪ ਨੂੰ ਨੀਵਾਂ ਰੱਖਦੇ ਨੇ, ਨਿਮਰਤਾ ਵਿੱਚ ਰੱਖਦੇ ਨੇ, ਆਪਣੇ ਅੰਦਰ ਹਉਮੈ ਨਹੀਂ ਆਉਣ ਦਿੰਦੇ, ਹੰਕਾਰ ਨਹੀਂ ਆਉਣ ਦਿੰਦੇ। ਇਹ ਉਹਨਾਂ ਦੀ ਖਾਸੀਅਤ। ਆਪਾਂ ਜਦੋਂ ਕੋਈ ਗੱਲ ਕਰਨੀ ਹੋਵੇ
ਤੇ ਕਦੀ ਵੀ ਤੁਸੀਂ ਵੇਖ ਲਿਓ, ਬੰਦਾ ਜਦੋਂ ਵੀ ਗੱਲ ਕਰੇਗਾ ਉਹ ਦੂਜੇ ਨੂੰ ਬੁਰਾ ਸਮਝੇਗਾ, ਬੁਰਾ ਆਖੇਗਾ, ਆਪ ਨੂੰ ਚੰਗਾ ਆਖੇ। ਉਹ ਆਖੇਗਾ ਮੈਂ ਤੇ ਗੁਣੀ ਆ, ਮੇਰੇ ਅੰਦਰ ਤਾਂ ਬਹੁਤ ਚੰਗੇ ਗੁਣ ਨੇ, ਮੈਂ ਤੇ ਬਹੁਤ ਚੰਗਾ ਇਨਸਾਨ ਹਾਂ। ਸਾਹਮਣੇ ਅੰਦਰ ਜਿਹੜਾ ਸਾਹਮਣੇ ਆ ਉਹਦੇ ਅੰਦਰ ਬਹੁਤ ਬੁਰਾਈਆਂ, ਉਹ ਝੂਠ ਬੋਲਦਾ ਹੈ, ਉਹ ਆ ਖਾਂਦਾ ਹੈ, ਉਹ ਆ ਪਹਿਨਦਾ ਹੈ, ਇੱਥੇ ਜਾਂਦਾ ਹੈ, ਐਵੇਂ ਕਰਦਾ ਹੈ। ਉਹ ਹਮੇਸ਼ਾ ਦੂਸਰੇ ਵੱਲ ਵੇਖਦਾ ਹੈ। ਪਰ ਜਿਹੜਾ ਜੁੜਿਆ ਹੋਇਆ ਮਨੁੱਖ ਹੈ ਨਾ, ਉਹਦੀ ਹਮੇਸ਼ਾ ਇਹ ਖਾਸੀਅਤ ਰਹੀ ਹੈ, ਉਹ ਆਪਣੇ ਆਪ ਨੂੰ ਨੀਵਾਂ ਰੱਖ ਕੇ ਪਰ ਦੂਜੇ ਨੂੰ ਸਮਝਾਉਣਾ ਚਾਹੁੰਦਾ ਹੈ। ਜਿਵੇਂ ਸਤਿਗੁਰ ਰੱਬੀ ਬਾਣੀ ਅੰਦਰ ਆਖਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਹੁਣ ਇਹ ਦੇਖਣੀ ਹੈ ਉਹਨਾਂ ਦੀ, ਇਹ ਸੋਚਣੀ ਹੈ ਉਹਨਾਂ ਦੀ। ਇਹਦਾ ਮਤਲਬ ਇਹ ਤਾਂ ਨਹੀਂ ਵੀ ਗੁਰੂ ਸਾਹਿਬ ਬੁਰੇ ਨੇ, ਪਰ ਉਹ ਸਮਝਾਉਣਾ ਚਾਹੁੰਦੇ ਨੇ। ਇਹ ਇੱਕ ਉੱਚੀ ਅਵਸਥਾ ਦੀ ਨਿਸ਼ਾਨੀ ਹੈ। ਬਾਬਾ ਫਰੀਦ ਜੀ ਆਖਦੇ ਨੇ, ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਲੋਕ ਕਹਿੰਦੇ ਨੇ ਫਰੀਦ ਤੂੰ ਤਾਂ ਦਰਵੇਸ਼ ਹੈ। ਹੁਣ ਕਾਸ਼ ਇਹਨਾਂ ਬਚਨਾਂ ਨੂੰ ਪੜ੍ਹ ਕੇ ਸਾਨੂੰ ਆਪਣੇ ਜੀਵਨ ਦੀ ਸੋਝੀ ਪ੍ਰਾਪਤ ਹੋ ਜਾਵੇ ਕਿ ਕਿਤੇ ਇਹੋ ਜਿਹਾ ਮੈਂ ਤੇ ਨਹੀਂ ਵੀ ਬਾਕੀ ਸਾਰਾ ਪਹਿਰਾਵਾ ਮੈਂ ਪਾਇਆ ਹੋਇਆ ਧਰਮੀਆਂ ਵਾਲਾ, ਕੰਮ ਮੈਂ ਧਰਮੀਆਂ ਵਾਲੇ ਕਰਦਾ, ਪਰ ਜੀਵਨ ਵਿੱਚ ਉਹ ਅਸਲ ਦੇ ਵਿੱਚ ਸੱਚਾਈ ਨਹੀਂ ਹੈਗੀ ਜਿਹੜੀ ਮੈਂ ਵਿਖਾ ਰਿਹਾ ਹਾਂ, ਜੋ ਮੈਂ ਕਰ ਰਿਹਾ ਹਾਂ ਉਹ ਨਹੀਂ। ਬਾਬਾ ਫਰੀਦ ਜੀ ਆਖਦੇ ਨੇ, ਫਰੀਦਾ ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਬਾਹਰ ਤੇ ਚਾਨਣਾ ਨਜ਼ਰ ਆ ਰਿਹਾ ਹੈ, ਕਿਹੜਾ ਚਾਨਣ? ਭੇਖ ਵਾਲਾ, ਦਿਖਾਵੇ ਵਾਲਾ, ਜੋ ਮੈਂ ਨਿਤ ਕਰਦਾ। ਦੂਸਰੇ ਨੂੰ ਵੇਖ ਕੇ ਮੈਂ ਸੇਵਾ ਕਰਨ ਲੱਗ ਜਾਂਦਾ, ਵੈਸੇ ਸੇਵਾ ਨਹੀਂ ਕਰੀ ਕੀਤੀ। ਦੂਸਰੇ ਨੂੰ ਵੇਖ ਕੇ ਮੈਂ ਸਿਮਰਨ ਕਰਨ ਲੱਗ ਜਾਂਦਾ, ਦੂਸਰੇ ਨੂੰ ਵੇਖ ਕੇ ਮੈਂ ਪਾਠ ਕਰਨ ਲੱਗ ਜਾਂਦਾ, ਦੂਸਰੇ ਨੂੰ ਵੇਖ ਕੇ ਮੈਂ ਧਰਮ ਦੇ ਕਰਮ ਕਰਨ ਲੱਗ ਜਾਂਦਾ। ਕਿਉਂ? ਮੈਂ ਚਾਹੁੰਦਾ ਵੀ ਲੋਕ ਮੈਨੂੰ ਵੇਖਣ ਤੇ ਇਹ ਸਮਝਣ ਵੀ ਇਹ ਧਰਮੀ ਬੰਦਾ ਹੈ, ਵੈਸੇ ਧਰਮ ਨਹੀਂ। ਜੇ ਵਾਕਿਆ ਹੀ ਧਰਮ ਹੋਵੇ ਫਿਰ ਲੋਕਾਂ ਦੀ ਜਿਹੜੀ ਹੈ ਉਹ ਪਰਵਾਹ ਨਹੀਂ ਵੀ ਕੋਈ ਮੈਨੂੰ ਵੇਖ ਰਿਹਾ ਕਿ ਨਹੀਂ ਵੇਖ ਰਿਹਾ। ਫਿਰ ਤਾਂ ਉਦੋਂ ਮਹਿਸੂਸ ਹੋਵੇਗਾ ਵੀ ਉਹ ਮਾਲਕ ਤੇ ਮੈਨੂੰ ਵੇਖ ਰਿਹਾ ਨਾ, ਜਿੰਦੀ ਮੈਂ ਬੰਦਗੀ ਕਰ ਰਿਹਾ। ਉਦੋਂ ਇਹ ਮਾਲਕ ਨੂੰ ਅੱਗੇ ਰੱਖ ਕੇ, ਗੁਰੂ ਨੂੰ ਅੱਗੇ ਰੱਖ ਕੇ ਜੀਵਨ ਬਤੀਤ ਕਰੇਗਾ। ਪਰ ਜੇ ਅਜੇ ਤੱਕ ਲੋਕਾਂ ਨੂੰ ਅੱਗੇ ਰੱਖ ਕੇ ਪਾਠ ਕਰ ਰਿਹਾ ਹੈ ਵੀ ਫਲਾਣਾ ਵੇਖ ਰਿਹਾ ਕਿ ਨਹੀਂ ਵੇਖ ਰਿਹਾ, ਮੈਂ ਸਿਮਰਨ ਕਰ ਰਿਹਾ, ਕੋਈ ਵੇਖ ਰਿਹਾ ਕਿ ਨਹੀਂ ਵੇਖ ਰਿਹਾ, ਜਾਂ ਮੈਂ ਦੂਜੇ ਨੂੰ ਸੁਣਾਉਣ ਵਾਸਤੇ ਸਭ ਕੁਝ ਕਰ ਰਿਹਾ, ਤੇ ਫਿਰ ਬਾਬਾ ਫਰੀਦ ਜੀ ਆਖਦੇ ਨੇ ਇਹ ਹਨੇਰਾ ਨਹੀਂ ਤੇ ਹੋਰ ਕੀ। ਫਿਰ ਤੇ ਅਗਿਆਨਤਾ ਨਾ ਸਮਝੀ ਹੈ, ਫਿਰ ਤਾਂ ਮੂਰਖਤਾ ਹੈ। ਅਜੇ ਵੀ ਤੂੰ ਦਿਖਾਵੇ ਵਿੱਚ ਹੀ ਜੀਵਨ ਬਤੀਤ ਕਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਆਖਦੇ ਨੇ, ਸਭ ਤੋਂ ਚੰਗਾ ਚਾਨਣ ਕਿਹੜਾ ਹੈ? ਸਭ ਤੋਂ ਵਧੀਆ ਚਾਨਣ ਪ੍ਰਕਾਸ਼ ਕਿਹੜਾ ਹੈ? ਸਹਿਬ ਆਖਦੇ ਨੇ, ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ। ਜਿਹੜਾ ਤੇਰੇ ਹਿਰਦੇ ਰੂਪੀ ਵਿਹੜਾ ਹੈ ਨਾ, ਕਹਿਣ ਲੱਗੇ ਇਸ ਵਿਹੜੇ ਵਿੱਚ ਕਿਤੇ ਗੁਰੂ ਦਾ ਚਾਨਣ ਹੋ ਜਾਵੇ, ਕਿਤੇ ਪ੍ਰਕਾਸ਼ ਹੋ ਜਾਵੇ। ਦੁਨੀਆ ਦੇ ਚਾਨਣਿਆਂ ਨਾਲੋਂ ਸਭ ਤੋਂ ਚੰਗਾ ਚਾਨਣ ਹੈ ਗੁਰੂ ਦੇ ਗਿਆਨ ਦਾ ਚਾਨਣ ਹੋ ਜਾਣਾ। ਭਾਵ ਗੁਰੂ ਦੀ ਮੱਤ ਆ ਜਾਣੀ, ਗੁਰੂ ਦੀ ਸਿੱਖਿਆ ਜਿਹੜੀ ਆ ਉਹ ਜੀਵਨ ਵਿੱਚ ਵਸ ਜਾਣੀ, ਤੇ ਗੁਰੂ ਗਿਆਨ ਦੀ ਸੋਝੀ ਹੋ ਜਾਣੀ ਅਸਲ ਚਾਨਣਾ ਹੈ। ਜਦੋਂ ਆਪਾਂ ਗੁਰੂ ਦੇ ਗਿਆਨ ਨੂੰ ਲੈ ਕੇ ਜੀਵਨ ਬਤੀਤ ਕਰਨਾ ਸ਼ੁਰੂ ਕਰਾਂਗੇ, ਫਿਰ ਸਾਨੂੰ ਸਮਝ ਆਵੇਗੀ ਵੀ ਵਾਕਿਆ ਹੀ ਇਹ ਸਾਰੇ ਚਾਨਣਿਆਂ ਨਾਲੋਂ ਸਭ ਤੋਂ ਚੰਗਾ ਚਾਨਣ ਹੈ। ਹੁਣ ਗੁਰਦੇਵ ਇੱਥੇ ਬੜੀ ਪਿਆਰੀ ਕਿਰਪਾ ਕਰਦੇ ਨੇ ਰੱਬੀ ਬਾਣੀ ਅੰਦਰ। ਗੁਰਦੇਵ ਆਖਦੇ ਨੇ, ਭਾਈ ਇਹ ਗੱਲ ਤੂੰ ਹਮੇਸ਼ਾ ਯਾਦ ਰੱਖੀ, ਕੋਈ ਰਾਜਾ ਹੋਵੇ ਤੇ ਭਾਵੇਂ ਕੋਈ ਕੰਗਾਲ ਹੋਵੇ, ਜੇ ਉਹਦੇ ਜੀਵਨ ਦੇ ਵਿੱਚ ਗਿਆਨ ਨਹੀਂ ਤਾਂ ਉਹ ਦੋਵੇਂ ਹੀ ਰੋਣਗੇ, ਉਹ ਦੋਵੇਂ ਹੀ ਰੋਣਗੇ। ਕਿਉਂ? ਉਹਨਾਂ ਦੇ ਜੀਵਨ ਵਿੱਚ ਕਦੀ ਵੀ ਸੁੱਖ ਨਹੀਂ ਹੋ ਸਕਦਾ, ਉਹ ਅਗਿਆਨਤਾ ਵਿੱਚ ਸਦਾ ਹੀ ਦੁਖੀ ਹੋਣਗੇ। ਔਰ ਅਗਿਆਨਤਾ ਵਿੱਚ ਮਨੁੱਖ ਭਟਕਦਾ ਹੈ, ਵਹਿਮਾਂ ਤੇ ਭਰਮਾਂ ਦਾ ਸ਼ਿਕਾਰ ਹੋ ਜਾਂਦਾ ਹੈ। ਐਸਾ ਮਨੁੱਖ ਸਦਾ ਹੀ ਦੁਖੀ ਹੁੰਦਾ ਹੈ। ਸੁਭਾਵਿਕ ਗੱਲ ਹੈ ਨਾ, ਹਨੇਰੇ ਵਿੱਚ ਤਾਂ ਸਦਾ ਹੀ ਠੋਕਰਾਂ ਨੇ, ਹਨੇਰੇ ਵਿੱਚ ਤਾਂ ਸਦਾ ਹੀ ਮਨੁੱਖ ਦੁਖੀ ਹੁੰਦਾ ਹੈ ਨਾ, ਠੋਕਰਾਂ ਖਾਂਦਾ ਹੈ। ਹਾਂ, ਜਦੋਂ ਚਾਨਣ ਹੋਵੇ ਤਾਂ ਮਨੁੱਖ ਨੂੰ ਕੋਈ ਖਤਰਾ ਨਹੀਂ, ਮਨੁੱਖ ਸਹਿਜੇ ਹੀ ਤੁਰਿਆ ਲਗਾ ਜਾਂਦਾ ਹੈ। ਜਿੱਦਣ ਜੀਵਨ ਵਿੱਚ ਗੁਰੂ ਦਾ ਗਿਆਨ ਰੂਪੀ ਚਾਨਣ ਹੋਵੇਗਾ, ਫਿਰ ਉਦੋਂ ਘਬਰਾਉਣ ਦੀ ਲੋੜ ਨਹੀਂ। ਰੱਬੀ ਬਾਣੀ ਅੰਦਰ ਗੁਰਦੇਵ ਨੇ ਕਿਰਪਾ ਕੀਤੀ, ਕਹਿਣ ਲੱਗੇ ਗਿਆਨ ਤੋਂ ਬਿਨਾਂ ਸੁੱਖ ਨਹੀਂ ਮਿਲਣਾ, ਤੇ ਜੇ ਗਿਆਨ ਨਹੀਂ ਤਾਂ ਭਾਵੇਂ ਕੋਈ ਰਾਜਾ ਹੈ, ਰਾਜਾ ਰੰਕ ਦੋ ਮਿਲ ਰੋਈ ਹੈ।
ਭਾਵੇਂ ਰਾਜਾ ਹੋਵੇ ਭਾਵੇਂ ਕੋਈ ਰੰਕ ਹੋਵੇ, ਦੋਵੇਂ ਹੀ ਰੋਣਗੇ, ਦੋਵੇਂ ਹੀ ਪਛਤਾਉਣਗੇ ਜੇ ਗੁਰੂ ਦਾ ਗਿਆਨ ਨਹੀਂ। ਅਗਿਆਨ ਅੰਧੇਰਾ ਸੁਝਸ ਨਾਹੀ, ਅਗਿਆਨਤਾ ਦੇ ਹਨੇਰੇ ਵਿੱਚ ਬੰਦੇ ਨੂੰ ਸੋਝੀ ਨਹੀਂ ਮਿਲਦੀ। ਬਹੁੜ ਬਹੁੜ ਫਰਮਾਤਾ, ਬਲਕਿ ਮੁੜ ਮੁੜ ਕੇ ਬੰਦਾ ਭਟਕਣਾ ਵਿੱਚ ਪਿਆ ਹੀ ਰਹਿੰਦਾ ਹੈ, ਖੁਆਰ ਹੁੰਦਾ ਹੈ, ਦੁਖੀ ਹੁੰਦਾ ਹੈ, ਪਰੇਸ਼ਾਨ ਹੁੰਦਾ ਹੈ। ਇਸ ਕਰਕੇ ਸਤਿਗੁਰ ਆਖਦੇ ਨੇ, ਮੈਂ ਉਸ ਮਨੁੱਖ ਦੀ ਤੁਲਨਾ ਪਸ਼ੂ ਨਾਲ ਕਰਦਾ। ਭਗਤ ਨਾਮਦੇਵ ਜੀ ਦਾ ਵਚਨ ਹੈ, ਜਿਨਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ। ਜਿਨ ਕੈ ਭੀਤਰ ਹੈ ਅੰਤਰਾ, ਜੈਸੇ ਪਸ਼ ਤੈਸੇ ਕੋਈ ਨਰਾ। ਜਿਵੇਂ ਪਸ਼ੂ ਹੈ, ਪਸ਼ੂ ਨੂੰ ਕੋਈ ਸਮਝ ਨਹੀਂ ਨਾ, ਇਸੇ ਤਰ੍ਹਾਂ ਹੀ ਉਹ ਮਨੁੱਖ ਹੈ। ਪਸ਼ੂ ਤੇ ਮਨੁੱਖ ਵਿੱਚ ਕੋਈ ਫਰਕ ਨਹੀਂ। ਜਿਸ ਮਨੁੱਖ ਦੇ ਜੀਵਨ ਵਿੱਚ ਗਿਆਨ ਦਾ ਚਾਨਣ ਨਹੀਂ, ਭਾਵ ਜਿਹਨੂੰ ਗਿਆਨ ਦੀ ਸੋਝੀ ਨਹੀਂ, ਜਿਹਦੇ ਕੋਲ ਗੁਰੂ ਦੀ ਮੱਤ ਨਹੀਂ, ਗੁਰੂ ਦੀ ਸਮਝ ਨਹੀਂ, ਤੇ ਐਸਾ ਮਨੁੱਖ ਸਦਾ ਹੀ ਭਟਕਦਾ ਰਹਿੰਦਾ ਹੈ, ਦੁਖੀ ਹੁੰਦਾ ਹੈ। ਇੱਕ ਹੋਰ ਬੜਾ ਪਿਆਰਾ ਬਚਨ ਆਪਾਂ ਵਿਚਾਰੀਏ। ਗੁਰਦੇਵ ਆਖਦੇ ਨੇ, ਜਿਵੇਂ ਹਨੇਰੇ ਨੂੰ ਦੂਰ ਕਰਨ ਵਾਸਤੇ ਦੀਵਾ ਬਾਲਦੇ ਆ, ਲਾਈਟ ਬਾਲਦੇ ਆ, ਤਿਵੇਂ ਹੀ ਗੁਰੂ ਦਾ ਗਿਆਨ ਹੈ। ਸਾਡੇ ਮਨ ਵਿੱਚ ਆਵੇਗਾ ਵੀ ਆਪਾਂ ਅਗਿਆਨਤਾ ਦੇ ਹਨੇਰੇ ਨੂੰ ਕਿਵੇਂ ਦੂਰ ਕਰੀਏ, ਤੇ ਮਹਾਰਾਜ ਆਖਦੇ ਨੇ, ਜਿਵੇਂ ਫਿਰ ਤੂੰ ਬਾਹਰ ਦੇ ਹਨੇਰੇ ਨੂੰ ਦੂਰ ਕਰਨਾ, ਜਿਉਂ ਅੰਧੇਰਾ ਦੀਪਕ ਬਾਲੀਏ, ਤਿਉਂ ਗੁਰ ਗਿਆਨ ਅਗਿਆਨ ਤਜਾਏ। ਜਿਵੇਂ ਬਾਹਰ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਤੂੰ ਦੀਵਾ ਬਾਲਦਾ ਹੈ ਨਾ, ਇਸੇ ਤਰ੍ਹਾਂ ਹੀ ਤੇਰੇ ਅੰਦਰ ਦੇ ਅਗਿਆਨਤਾ ਦੇ ਹਨੇਰੇ ਨੂੰ ਗੁਰੂ ਦਾ ਗਿਆਨ ਰੂਪੀ ਦੀਵਾ ਦੂਰ ਕਰੇਗਾ। ਪਰ ਆਪਾਂ ਕਦੀ ਬਾਲੀਏ ਤਾਂ ਸਹੀ ਗੁਰੂ ਦਾ ਗਿਆਨ ਰੂਪੀ ਦੀਵਾ ਆਪਾਂ ਬਾਲੀਏ, ਫਿਰ ਵੇਖੀਏ ਵਾਕਈ ਜੀਣ ਦਾ ਜਿਹੜਾ ਆਨੰਦ ਹੈ ਉਹ ਕੋਈ ਹੋਰ ਹੀ ਹੋਵੇਗਾ। ਬੜੀ ਕਿਰਪਾ ਕੀਤੀ ਸਤਿਗੁਰ ਪਾਤਸ਼ਾਹ ਜੀ ਨੇ ਰੱਬੀ ਬਾਣੀ ਅੰਦਰ। ਧੰਨ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਆਖਦੇ ਨੇ, ਬਾਹਰ ਕਿੰਨਾ ਵੀ ਚਾਨਣ ਕਿਉਂ ਨਾ ਹੋ ਜਾਵੇ, ਪਰ ਤੇਰੇ ਅੰਦਰ ਦੇ ਹਨੇਰੇ ਨੂੰ ਬਾਹਰ ਵਾਲਾ ਚਾਨਣ ਦੂਰ ਨਹੀਂ ਕਰ ਸਕਦਾ। ਕਿੰਨਾ ਵੀ ਚਾਨਣ ਕਿਉਂ ਨਾ ਹੋ ਜਾਵੇ। ਉਹਨਾਂ ਇੱਕ ਬਹੁਤ ਵੱਡੀ ਮਿਸਾਲ ਹੀ ਦੇ ਦਿੱਤੀ। ਮਹਾਰਾਜ ਆਖਦੇ ਨੇ, ਜੇ ਕਿਤੇ ਬਾਹਰ 100 ਚੰਦਰਮੇ ਚੜ ਜਾਣ, ਹੁਣ ਵੇਖੋ ਕਿੰਨੀ ਵੱਡੀ ਇਹ ਸ੍ਰਿਸ਼ਟੀ ਹੈ, ਤੇ ਇੱਕ ਚੰਦਰਮਾ ਆਕਾਸ਼ ਦੇ ਵਿੱਚ ਰਾਤ ਕਿਵੇਂ ਚਾਨਣ ਕਰਦਾ ਹੈ, ਕਿਵੇਂ ਰੋਸ਼ਨ ਕਰਦਾ ਹੈ। ਪਰ ਇਸ ਤੋਂ ਵੀ ਵੱਡੀ ਗੱਲ ਮਹਾਰਾਜ ਨੇ ਹੋਰ ਕਰ ਦਿੱਤੀ। ਇੱਥੇ 100 ਸੂਰਜ ਦੀ ਗੱਲ ਨਹੀਂ ਕੀਤੀ ਮਹਾਰਾਜ ਨੇ, 100 ਚੰਦਰਮਿਆਂ ਦੀ ਗੱਲ ਕੀਤੀ, ਪਰ 1000 ਸੂਰਜਾਂ ਦੀ ਗੱਲ ਕਰ ਦਿੱਤੀ। ਇੱਕ ਸੂਰਜ ਦਾ ਟੈਂਪਰੇਚਰ ਵੇਖੋ ਕਿੰਨਾ ਹੋ ਜਾਂਦਾ ਹੈ। ਜੇ ਕਿਤੇ 45-50 ਦੇ ਲਾਗੇ ਪਹੁੰਚ ਜਾਵੇ ਤੇ ਬੰਦੇ ਦੀ ਦਸ਼ਾ ਵਿਗੜ ਜਾਂਦੀ, ਹਾਲਤ ਵਿਗੜ ਜਾਂਦੀ। ਜੇ 50 ਡਿਗਰੀ ਤੇ ਟੈਂਪਰੇਚਰ ਹੋ ਜਾਵੇ ਕਿੰਨੀ ਗਰਮੀ ਹੋ ਜਾਂਦੀ। ਆ ਹੁਣ ਆਪਾਂ ਵੇਖਦੇ ਹਾਂ 30-35 ਤੇ ਸਾਡੀ ਹਾਲਤ ਕੀ ਹੁੰਦੀ ਹੈ। ਸਾਰਾ ਦਿਨ ਏਸੀ ਚੱਲਦੇ ਨੇ, ਤੇ ਇੱਕ ਸੂਰਜ ਹੈ ਅਜੇ। ਮਹਾਰਾਜ ਕਹਿੰਦੇ 1000 ਸੂਰਜ ਨਿਕਲ ਜਾਣ ਤੇ ਫਿਰ ਕੀ ਹਾਲਤ ਹੋਵੇ। 1000 ਸੂਰਜ ਨਿਕਲ ਜਾਣ, ਧਰਤੀ ਪਾਣੀ ਵਾਂਗੂ ਪਿਘਲ ਜਾਵੇਗੀ। ਮੈਂ ਕਹਿੰਦਾ ਪਾਣੀ ਵੀ ਉਬਾਲੇ ਖਾਣ ਲੱਗ ਜਾਵੇਗਾ, ਭਾਫ ਬਣ ਕੇ ਉੱਡਣ ਲੱਗ ਜਾਵੇਗਾ। ਤੇ ਗੁਰੂ ਸਾਹਿਬ ਨੇ ਕਿੰਨੀ ਵੱਡੀ ਗੱਲ ਕਰ ਦਿੱਤੀ। ਗੁਰਦੇਵ ਕਹਿੰਦੇ, ਜੇ 100 ਚੰਦਾ ਉਗਵਹਿ ਸੂਰਜ ਚੜ੍ਹੇ 1000, ਜੇ ਕਿਤੇ ਸੈਂਕੜੇ ਚੰਦਰਮਾ ਚੜ ਜਾਣ, 1000 ਸੂਰਜ ਨਿਕਲ ਜਾਣ, ਇਤੇ ਚਾਨਣ ਹੁੰਦਿਆਂ ਗੁਰਬਿਨ ਘੂਰ ਅੰਧਾਰ। ਯਾਦ ਰੱਖੀ, ਗੁਰੂ ਤੋਂ ਬਿਨਾਂ ਘੁੱਪ ਹਨੇਰਾ ਜੀਵਨ ਵਿੱਚ। ਭਾਵ ਆ ਬਾਹਰ ਵਾਲਾ ਚਾਨਣ ਤੇਰੇ ਜੀਵਨ ਨੂੰ ਰੋਸ਼ਨ ਨਹੀਂ ਕਰ ਸਕਦਾ, ਤੇਰੇ ਅੰਦਰ ਦੇ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ। ਹਾਂ, ਦੂਜੇ ਪਾਸੇ ਗੁਰੂ ਦਾ ਇੱਕੋ ਹੀ ਬਚਨ ਤੇਰੇ ਜੀਵਨ ਨੂੰ ਰੋਸ਼ਨ ਕਰ ਸਕਦਾ ਹੈ। ਇੱਕੋ ਹੀ ਬਚਨ ਸਾਡੇ ਜੀਵਨ ਨੂੰ ਰੋਸ਼ਨ ਕਰ ਸਕਦਾ ਹੈ, ਰੋਸ਼ਨੀ ਦੇ ਨਾਲ ਭਰ ਸਕਦਾ ਹੈ। ਬਸ ਸਾਨੂੰ ਸਮਝ ਆ ਜਾਵੇ ਗੁਰੂ ਦੇ ਗਿਆਨ ਦੀ, ਫਿਰ ਆਪਾਂ ਕਦੀ ਠੋਕਰਾਂ ਨਹੀਂ ਖਾਵਾਂਗੇ, ਕਦੀ ਆਪਾਂ ਪਰੇਸ਼ਾਨ ਨਹੀਂ ਹੋਵਾਂਗੇ, ਕਦੀ ਅਸੀਂ ਦੁਖੀ ਨਹੀਂ ਹੋਵਾਂਗੇ। ਕਹਿੰਦੇ ਇੱਕ ਵਾਰ ਇੱਕ ਮਿੱਤਰ ਆਪਣੇ ਮਿੱਤਰ ਦੇ ਘਰੇ ਗਿਆ, ਆਪਣੇ ਦੋਸਤ ਘਰੇ ਗਿਆ, ਪਰ ਉਹ ਅੱਖਾਂ ਤੋਂ ਨੇਤਰਹੀਣ ਸੀ, ਉਹਦੀਆਂ ਅੱਖਾਂ ਨਹੀਂ ਸਨ। ਹੁਣ ਇੱਕ ਗੱਲ ਇੱਥੇ ਹੋਰ ਸਮਝ ਲਈਏ, ਜਿਹੜੇ ਅੱਖਾਂ ਤੋਂ ਨੇਤਰਹੀਣ ਬੰਦੇ ਨੇ ਉਹਨਾਂ ਦੀ ਗਿਣਤੀ ਦੁਨੀਆ ਵਿੱਚ ਬਹੁਤ ਘੱਟ ਹੈ, ਪਰ ਜਿਹੜੇ ਮਨੁੱਖ
अज्ञानता के कारण अन्ने ने, उन्होंने की गिनती बहुत ही ज़्यादा है। उन्होंने की गिनती नहीं की जा सकती, बहुत ही ज़्यादा। इस करके महाराज ने बाणी में स्पष्ट कह दिता, अंधे ये ना आखियन जिन मुख लोएण नाहे, अंधे सही नानका खसम कुथे चाहे। वो अन्ने नहीं जेड़े बेचारे नेत्रहीन तो कुदरती है, पर महाराज कहते अन्ने ते वो ने जिन्हां कोल ज्ञान हुंदियां होइयां भी अज्ञानता में जी रहे। फिर अन्ने ते वो ने ना जिन्हां जीवन जिउण की जांच नहीं आई, समझ नहीं आई। अन्ने ते वो है ते उन्हां दी गिनती बहुत ज़्यादा है। कई बार हैरान हो जाइदा जेड़े अखां तो नेत्रहीन ने वो भी दुनिया के अंदर इहो जे कार्य कर रहे हैं जेड़े अखां वाले नहीं कर सकते। मिसाल के तौर पर आप वेखते हैं श्री हरमंदर साहिब विखे जेड़े कि रागी सिंह भाई साहब भाई लखविंदर सिंह नेत्रहीन ने, पर कीर्तन कमाल दा है। उन्हां दी रसना विचों निकले हुए बोल मनुखता के हिरदियां नूं ठारदे ने, क्योंकि इन्ने रस विच भिज के कीर्तन करते हैं। कहना पवेगा नेत्रहीन ने, पर अखां वालियां नूं भी सिक्ख्या दे रहे ने भी भलिओ जरूरी नहीं कि अखां ना होण तां बंदा कोई मुकाम हासिल नहीं कर सकता, पर जे कोई करना चाहे तो बिना अखां तो भी कर सकता है। साहब आखदे मैं उन्होंने अन्निया नहीं आखदा जिन्हां दियां अखां नहीं तो कुदरती ने, पर वो अन्ने ने जिन्हां कोल अखां हुंदियां होइयां भी जीवन जिउण की जांच नहीं आई, समझ नहीं जीवन। कहते वो मित्र नेत्रहीन है, अपने दोस्त के घरे गया, पर जदों वापस मुड़न लग्या तो उदों हनेरा हो गया। हुण जदों वो तुरन लगा तो उहदे मित्र ने उन्होंने एक बलदा हुआ दीवा जिहड़ा है हाथ में फड़ा दिता। उन्हें आख्या एक ही, वो कहता यह दीवा है बल रहे। तो अगों नेत्रहीन मनुख ने अपने मित्र को आख्या, कहन लगा एक तो मेरिया पहला ही अखां नहीं, मैं दुखी हाँ, तो एक तू मेरे नाल ये मजाक कर रहे हैं, मैनू होर दुखी कर रहे हैं। उन्हें आख्या मैं तेरे नाल मजाक नहीं कर रहा, मैं तेनों दीवा इस करके फड़ाया भी जदों तू अपने घर में जा रहा होवेगा तेरे हाथ में बलदा हुआ दीवा सामने आने वाले मनुख को यह सुनेहा देगा भी कोई आ रहा है, तो तू पासे हो जा। हुण वो मनुख दीवा लैके नेत्रहीन बंदा है, जदों जा रहा है रस्ते ते अचानक किसी नाल टक्कर हो गई। हुण नेत्रहीन बंदे ने एकदम आखिया, कहन लगा तेनों दिसदा नहीं, तो अन्ना वो कहता भाई साहब मैनू तो दिसदा, मैनू लगता है शायद तुहानू नहीं दिसदा। वो कहता यह तो सच है, मैनू नहीं दिसदा, मैं नेत्रहीन हाँ, पर घट्टो घट तेनू तो दिसदा मेरे हथ में जिहड़ा दीवा बल रहा है कि ये तेनू दिसिया नहीं। वो कहता तुसीं दीवा तो फड़िया होया है, पर शायद हवा के कारण ये दीवा बुझ चुके है। हाँ, बुझिया होया दीवा फड़ के तुसीं सफर कर रहे हो। साडे जीवन की हालत कुछ इस तरह की है, तां ही आपां दर दर ते ठोकरां खा रहे हैं, तो हर थां ते सानू मायूसी जिहड़ी है पल्ले पैंदी। क्यों? साडे कोल बुद्धि रूप दीवा है, पर गुरु के ज्ञान का चानण नहीं, इस करके आपां ठोकरां खा रहे हैं, एक दूजे विच वज रहे हैं। निराशा, मायूसी अते झगड़े कलेश साडे जीवन में तां ने क्योंकि अज्ञानता है, ना समझिए। जिदन समझ आ गई वाकई ही आपां जदों गुरु का ज्ञान रूपी चानण जीवन में कर लिया, फिर कोई वाद विवाद नहीं, फिर कोई झगड़ा नहीं, फिर कोई कलेश नहीं, फिर समझ आ जाएगी, जीवन जिउण की जांच आ जाएगी। गुरदेव कृपा करन, बख्शिश करन, सानू ये समझ प्राप्त होवे, आपां गुरु की मत लैके अपने जीवन में चानण भर सकीए। सतगुरु पातशाह जी आखते ने कभी गुरु चरणों में आके अरदास तू ये करया कर कि बीमार जियो मेरे ते कृपा करो, मेरे अंदर ज्ञान का चानण कर दो। गुरु रामदास महाराज जी अरदास करनी सिखाते हैं भी तू गुरु अगे अरदास नित करया कर। की अरदास करया कर? हम कीरे किरम सतगुर सरनाई कर दया नाम प्रकाश। महाराज असी नीवे हाँ, ना समझे हाँ, सानू समझ नहीं जीवन जिउण दी, तू कृपा कर साडे अंदर ज्ञान का चानण कर दे, सानू जीवन जिउण दी समझ आ जाए, सानू सोझी आ जाए।
बस ये नित अरदास करिए, गुरु रामदास महाराज किरपा करनगे, सानू समझ बख्शणगे ते आपां गुरु की मत लैके जीवन चढ़दी कला नाल बतीत करांगे। सतगुर किरपा कर साडा गाविया सुनिया गुरु दर ते प्रवान हो सके। विचार करदियां बेभुला हुई बख्श लैनियां। बुलाओ फतेह। वाहिगुरू जी का खालसा, वाहिगुरू जी की फतेह।